परम सन्मान सत्कारयोग परम पूजिए साध संगत जी। आप जी वडभागी हो। ਅੰਮ੍ਰਿਤ ਵੇਲੇ ਤੋਂ ਸ਼ਾਹੇ ਸ਼ਹਿਨਸ਼ਾਹ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਕ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰਦਿਆਂ ਨਿਤ ਨੇਮ ਦੀਆਂ ਬਾਣੀਆਂ ਦਾ ਪਾਠ, ਸ੍ਰੀ ਆਸਾ ਦੀ ਵਾਰ ਦਾ ਸੰਪੂਰਨ ਸ਼ਬਦ ਕੀਰਤਨ ਪੰਥ ਪ੍ਰਸਿੱਧ ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਰਾਏ ਸਿੰਘ ਜੋ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅੰਮ੍ਰਿਤਸਰ ਧੰਨ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਦੇ ਵਿੱਚ ਕੀਰਤਨ ਕਰਨ ਵਾਲੇ ਹਜ਼ੂਰੀ ਕੀਰਤਨੀਏ ਹਨ। ਉਹਨਾਂ ਪਾਸੋਂ ਆਸਾ ਦੀ ਵਾਰ ਦਾ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤਾ। ਸ਼ਬਦ ਕੀਰਤਨ ਉਪਰੰਤ ਜੋ ਪਾਵਨ ਪਵਿੱਤਰ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤਾ, ਇਹ ਪਾਕ ਬਚਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਰਾਗ ਗੌਂਡ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 861 ਪੰਨੇ ਤੇ ਅੰਕਿਤ ਹਨ। ਆਓ ਗੁਰੂ ਕੇ ਪਿਆਰਿਓ ਕੁਝ ਸਮੇਂ ਲਈ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਕਰੀਏ। ਸ਼ਬਦ ਦਾ ਮਰਕਜ਼ੀ ਭਾਵ, ਕੇਂਦਰੀ ਭਾਵ ਜਿੱਥੋਂ ਵਿਚਾਰ ਆਰੰਭ ਕਰੀਏ। ਸਤਿਗੁਰੂ ਬਚਨ ਕਰਦੇ ਮੇਰੇ ਮਨ ਨਾਮ ਹਰੀ ਭਜ ਸਦਾ ਦੀਵਾਨ। ਆਪਣੇ ਮਨ ਨੂੰ ਗੁਰੂ ਰਾਮਦਾਸ ਜੀ ਮੁਖਾਤਬ ਕਰਦੇ ਨੇ ਤੇ ਅਸਾਂ ਜੀਵਾਂ ਨੂੰ ਸਮਝਾਉਂਦੇ ਨੇ। ਮੇਰੇ ਮਨ ਹਰੀ ਦਾ, ਪਰਮਾਤਮਾ ਦਾ, ਪਰਮ ਈਸ਼ਵਰ ਦਾ ਨਾਮ ਜਪਿਆ ਕਰ। ਸੰਬੋਧਨ ਅਸਾਂ ਸੰਸਾਰੀ ਜੀਵਾਂ ਨੂੰ ਗੁਰੂਦੇਵ ਕਰਕੇ ਭਾਈ ਮਨੁੱਖਾ ਦੇਹ ਮਿਲੀਏ ਤੇ ਇਹਨੂੰ ਪ੍ਰਾਪਤ ਕਰਕੇ ਇਹਦੀ ਸਫਲਤਾ ਲਈ ਪਰਮਾਤਮਾ ਦਾ ਨਾਮ ਜਪਿਆ ਕਰੋ। ਆਪਣੇ ਮਨ ਨੂੰ ਮੁਖਾਤਬ ਕਰ ਗੁਰੂਦੇਵ ਸਮਝਾਉਂਦੇ ਸਦਾ ਦੀਵਾਨ। ਦੀਵਾਨ ਦਾ ਅਖਰੀ ਅਰਥ ਆਸਰਾ, ਸਹਾਰਾ। ਨਾਮ ਜਪੇਗਾ ਤੇ ਨਾਮ ਦਾ ਤੈਨੂੰ ਸਦੀਵੀ ਸੱਚਾ ਸਦਾ ਕਾਇਮ ਰਹਿਣ ਵਾਲਾ ਉਹ ਆਸਰਾ ਪ੍ਰਾਪਤ ਹੋਵੇਗਾ। ਜਿਵੇਂ ਦੁਨੀਆ ਦੇ ਆਸਰੇ ਪਰਨੇ, ਗੁਰਮਤ ਦਾ ਕਥਨ ਹੈ ਕਿ ਇਹ ਆਸਰੇ ਜਿਹੜੇ ਨੇ ਨਾ ਬਿਨਸ ਜਾਂਦੇ ਨੇ, ਟੁੱਟ ਜਾਂਦੇ ਨੇ, ਮੁੱਕ ਜਾਂਦੇ ਨੇ। ਬਲਕਿ ਜਿਨ੍ਹਾਂ ਤੋਂ ਅਸੀਂ ਜਿਉਂਦੇ ਜੀ ਆਸ ਰੱਖਦੇ ਹਾਂ ਨਾ, ਉਹ ਤੇ ਜਿਉਂਦੇ ਜੀ ਆਸਾਵਾਂ ਜਿਹੜੀਆਂ ਨੇ ਟੁੱਟ ਜਾਂਦੀਆਂ ਨੇ, ਆਸਰੇ ਮੁੱਕ ਜਾਂਦੇ। ਅੱਜ ਕੁਝ ਐਸੇ ਹੀ ਵਿਚਾਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਸ ਸ਼ਬਦ ਰਾਹੀਂ ਅਸਾਂ ਦੀ ਝੋਲੀ ਪਾ ਰਹੇ ਨੇ ਕਿ ਅਸੀਂ ਫਿਰ ਵੀ ਗੁਰੂ ਦੇ ਸ਼ਬਦ ਦਾ ਆਸਰਾ ਤੇ ਨਿਰੰਕਾਰ ਦੇ ਨਾਮ ਦਾ ਆਸਰਾ ਲੈਣ ਦੀ ਬਜਾਏ ਦੁਨੀਆ ਦੇ ਆਸਰੇ, ਦੁਨੀਆ ਤੋਂ ਆਸਾਂ ਲਗਾ ਕੇ ਜੀਵਨ ਜੀਵਦੇ ਹਾਂ। ਸਤਿਗੁਰੂ ਗੁਰੂ ਰਾਮਦਾਸ ਨਿਮਰਤਾ ਦੀ ਪੂਰਨ ਤਸਵੀਰ ਮਨ ਨੂੰ ਮੁਖਾਤਬ ਕਰਦੇ ਮੇਰੇ ਮਨ ਪਰਮਾਤਮਾ ਦਾ ਨਾਮ ਹਰੀ ਦਾ ਜਪਿਆ ਕਰ। ਇਹ ਪਰਮਾਤਮਾ ਦਾ ਨਾਮ ਹੀ ਅਸਲ ਪੱਕਾ ਸਦਾ ਦਾ ਮਤਲਬ ਹੈ ਸਦਾ ਕਾਇਮ ਰਹਿਣ ਵਾਲਾ ਦੀਵਾਨ ਹੈ, ਆਸਰਾ ਹੈ, ਸਹਾਰਾ ਹੈ। ਜੋ ਹਰ ਮਹਿਲ ਪਾਵੈ ਗੁਰ ਸ਼ਬਦੀ
ਤਿਸ ਜੇਵੜ ਅਵਰ ਨਾਹੀ ਕਿਸੇ ਦਾ ਤਾਨ। ਜਿਨੇ ਵੀ ਅੱਜ ਤੱਕ ਮਹਿਲ ਰੱਬ ਦਾ ਪ੍ਰਾਪਤ ਕੀਤਾ ਨਾ, ਰੱਬ ਦਾ ਘਰ, ਹਰੀ ਦਾ ਮਹਿਲ, ਗੁਰਬਚਨੀ ਤੋਂ ਮਤਲਬ ਹੈ ਗੁਰੂ ਦੇ ਸ਼ਬਦ ਤੇ ਚੱਲ ਕੇ। ਹੁਣ ਗੁਰੂ ਦੇ ਸ਼ਬਦ ਤੇ ਜਿਹੜਾ ਤੁਰਨਾ ਚੱਲਣਾ, ਇਹ ਲਕਬ ਜਿਹੜਾ ਸਮਝਣਾ ਜਾਣਨਾ ਬੜਾ ਜ਼ਰੂਰੀ ਹੈ। ਗੁਰਮਤ ਅੰਦਰ ਇਹ ਜਿਹੜਾ ਮਾਰਗ ਹੈ ਨਾ ਗੁਰੂ ਦੇ ਪਿਆਰਿਓ, ਮਾਰਗ ਸਰੀਰ ਦਾ ਨਹੀਂ ਹੈ। ਜਿਵੇਂ ਅਸੀਂ ਰਸਤੇ ਤੇ ਸਰੀਰ ਕਰਕੇ ਚੱਲਦੇ ਹਾਂ, ਇਹ ਮਾਰਗ ਐਸਾ ਨਹੀਂ ਹੈ। ਗੁਰੂ ਦਾ ਦੱਸਿਆ ਮਾਰਗ, ਸ਼ਬਦ ਦਾ ਜੋ ਮਾਰਗ ਹੈ ਨਾ, ਇਹ ਸੁਰਤੀ ਦਾ ਮਾਰਗ ਹੈ, ਸੁਰਤ। ਹੁਣ ਸ਼ਬਦ ਗੁਰੂ ਦਾ ਬਚਨ ਹੈ, ਗੁਰੂ ਦਾ ਉਪਦੇਸ਼ ਹੈ, ਤੇ ਗੁਰੂ ਦੇ ਉਪਦੇਸ਼ ਦੇ ਉੱਤੇ ਸਰੀਰ ਨਹੀਂ ਚੱਲੇਗਾ, ਸਾਡੇ ਕਦਮ ਨਹੀਂ ਚੱਲਣਗੇ, ਸੁਰਤ ਚਲੇਗੀ। ਕਿਉਂਕਿ ਸੁਰਤ ਤੇ ਸ਼ਬਦ ਦੀ ਸਾਂਝ ਹੀ ਗੁਰੂ ਦਾ ਮਿਲਾਪ ਹੈ। ਤੇ ਜਿਨੇ ਵੀ ਅੱਜ ਤੱਕ ਰੱਬ ਦਾ ਮਹਿਲ, ਰੱਬ ਦਾ ਘਰ, ਰੱਬ ਦਾ ਦਰ ਜਿਹੜੇ ਮਨੁੱਖ ਨੇ ਪਾਇਆ, ਉਹਨੇ ਕਿਵੇਂ ਪਾਇਆ? ਜੁਗਤ ਇਹ ਹੈ ਕਿ ਗੁਰ ਬਚਨੀ, ਗੁਰੂ ਦੇ ਬਚਨਾਂ ਉੱਤੇ ਚੱਲ ਕੇ ਤੁਰ ਕੇ ਹੀ ਰੱਬ ਦਾ ਘਰ ਲੱਭਦਾ। ਤਿਸ ਜੇਵੜ ਅਵਰ ਨਾਹੀ ਕਿਸੇ ਦਾ ਤਾਨ। ਗੁਰੂ ਸ਼ਬਦ ਉੱਤੇ ਸੁਰਤ ਕਰਕੇ ਚੱਲਣ ਵਾਲਾ ਕੇਵਲ ਰੱਬ ਦੇ ਮਹਿਲ ਦਾ ਭੇਤੀ ਨਹੀਂ, ਰੱਬ ਦੇ ਘਰ ਦਾ ਬਸ਼ਿੰਦਾ ਵੀ, ਉਸ ਮਹਿਲ ਦੇ ਵਿੱਚ ਰਹਿਣ ਵਾਲਾ ਵੀ ਹੋ ਨਿਬੜਦਾ। ਨਾਲ ਨਾਲ ਗੁਰੂਦੇਵ ਇਹ ਵੀ ਸਮਝਾਉਂਦੇ ਨੇ ਕਿ ਐਸੇ ਗੁਰਮੁਖ, ਐਸੇ ਸੇਵਕ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਤੇ ਤੁਰ ਕੇ ਰੱਬ ਦਾ ਘਰ, ਰੱਬ ਦਾ ਮਹਿਲ ਪਾਇਆ, ਉਹਨਾਂ ਵਰਗਾ ਤਾਣ ਤਾਕਤ ਕਿਸੇ ਹੋਰ ਵਿੱਚ ਨਹੀਂ ਹੈ। ਪਰ ਇਹ ਵੀ ਤਾਕਤ, ਮੈਂ ਹੱਥ ਜੋੜ ਬੇਨਤੀ ਕਰਾਂ, ਸਰੀਰਕ ਤਾਕਤ ਨਹੀਂ ਹੈ, ਇਹ ਆਤਮਕ ਤਾਨ ਹੈ, ਆਤਮਕ ਬਲ ਹੈ। ਅੱਜ ਦੇ ਸਮੇਂ ਵਿੱਚ ਇਹ ਬੋਲ ਬੜੇ ਪ੍ਰਚੰਡ ਹੋ ਰਹੇ ਨੇ। ਇੱਕ ਲਕਬ ਅਸੀਂ ਬਾਰ-ਬਾਰ ਇੱਕ ਦੂਜੇ ਲਈ ਵਰਤ ਰਹੇ ਹਾਂ ਕਿ ਬੰਦੇ ਦੀ ਜ਼ਮੀਰ ਮਰੀ ਹੋਈ ਹੈ। ਉਹ ਜ਼ਮੀਰ ਕੀ ਹੈ? ਆਤਮਾ ਹੀ ਹੈ। ਤੋ ਗੁਰੂ ਕੇ ਪਿਆਰਿਓ, ਮਰੀ ਹੋਈ ਆਤਮਾ ਭਾਵ ਕਮਜ਼ੋਰ ਆਤਮਾ, ਵਿਕਾਰਾਂ ਵਿੱਚ ਡਿੱਗੀ, ਲਾਲਚ ਨਾਲ ਲਿਬੜੀ, ਜਗਤ ਦੇ ਪਦਾਰਥਾਂ ਦੇ ਪਕੜ ਦੇ ਵਿੱਚ ਡਿੱਗੀ ਗਿਰੀ ਹੋਈ ਆਤਮਾ ਨੂੰ ਅਸੀਂ ਮੋਈ ਹੋਈ, ਮਰੀ ਹੋਈ ਆਤਮਾ ਬਿਆਨ ਕਰ। ਜਿਹੜਾ ਬੰਦਾ ਧਰਮ ਨਾਲ, ਈਮਾਨ ਨਾਲ, ਗੁਰੂ ਨਾਲ ਵੀ ਪੈਮਾਨੀ ਕਰਨ ਤੋਂ ਨਹੀਂ ਹਿਚਕਚਾਉਂਦਾ, ਨਹੀਂ ਡਰਦਾ, ਐਸੇ ਬੰਦੇ ਲਈ ਅਕਸਰ ਦਾਨੇ ਸੱਜਣ ਕਹਿੰਦੇ ਮਰੀ ਜ਼ਮੀਰ ਦਾ ਹੀ ਬੰਦਾ, ਇਹਨੇ ਤੇ ਕੌਮ ਨੂੰ ਤੇ ਗੁਰੂ ਨੂੰ ਵੀ ਨਹੀਂ ਬਖਸ਼ਿਆ। ਤੋ ਗੁਰੂ ਪਿਆਰਿਓ, ਅੱਜ ਮੇਰੇ ਗੁਰੂਦੇਵ ਸਮਝਾਉਂਦੇ ਨੇ, ਗੁਰੂ ਦੇ ਬਚਨਾਂ, ਗੁਰੂ ਦੇ ਉਪਦੇਸ਼ ਤੇ ਸੁਰਤ ਕਰਕੇ ਜੋ ਚੱਲਦਾ ਉਹ ਰੱਬ ਦਾ ਮਹਿਲ ਪ੍ਰਾਪਤ ਕਰ ਲੈਂਦਾ, ਪਾ ਲੈਂਦਾ। ਤੇ ਉਹਦੇ ਵਿੱਚ ਤਾਣ ਹੈ ਨਾ ਜਿਹੜਾ, ਤਿਸ ਜੇਵੜ ਅਵਰ ਨਾਹੀ ਕਿਸੇ ਕਾ ਤਾਨ। ਸੰਸਾਰ ਵਿੱਚ ਤਾਣ ਕਹਿੰਦੇ ਤਾਕਤ ਨੂੰ, ਉਹਦੇ ਵਿੱਚ ਆਤਮਕ ਬਲ ਇੰਨਾ ਹੁੰਦਾ ਕਿ ਉਹਦੇ ਆਤਮਕ ਬਲ ਦੀ ਬਰਾਬਰੀ ਦੁਨੀਆ ਦੇ ਲੋਕ ਨਹੀਂ ਕਰ ਸਕਦੇ। ਉਹ ਆਤਮਕ ਤੌਰ ਤੇ ਬੜਾ ਬਲਵਾਨ ਹੁੰਦਾ ਹੈ, ਬਲ ਵਾਲਾ। ਮੈਂ ਬੇਨਤੀ ਕਰਨੀ ਚਾਹੁੰਦਾ ਸੀ, ਇਹ ਤਾਣ ਜੋ ਤਾਕਤ ਹੈ ਨਾ, ਇਹ ਤਾਕਤ ਵੀ ਸਰੀਰ ਦੀ ਨਹੀਂ, ਆਤਮਾ ਦੀ। ਸਰੀਰ ਬਿਲਕੁਲ ਛੋਟਾ ਹੁੰਦਾ ਹੈ, ਲੇਕਿਨ ਗੁਰੂ ਦੇ ਉਪਦੇਸ਼ ਤੇ ਸੁਰਤ ਕਰਕੇ ਚੱਲਣ ਵਾਲਾ ਭਾਵੇਂ 7 ਸਾਲ ਦਾ ਹੋਵੇ ਤੇ ਭਾਵੇਂ ਉਮਰ ਹੋਵੇ 9 ਸਾਲ, ਬੜੀ ਤਾਕਤ ਹੁੰਦੀ ਹੈ। ਹੁਣ ਧਿਆਨ ਲੈ ਜੋ ਸਰਹੰਦ ਦੀ ਪਾਕ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 2 ਬੇਟੇ, ਛੋਟੇ ਬੇਟੇ, ਗੁਰੂ ਕੇ ਪਿਆਰਿਓ, ਜਿਨ੍ਹਾਂ ਨੂੰ
ਵੇਲੇ ਦੀ ਹਕੂਮਤ ਨੇ ਨੀਹਾਂ ਵਿੱਚ ਚਿਣ ਦਿੱਤਾ ਸੀ। ਤੇ 7 ਸਾਲ ਔਰ 9 ਸਾਲ ਦੀ ਆਯੂ ਹੈ। ਆਤਮਾ ਕਿੰਨੀ ਬਲਵਾਨ ਹੋਏਗੀ, ਅੰਦਾਜ਼ਾ ਲਾਓ ਆਪ। ਕੋਈ ਜਗਤ ਦਾ ਪਦਾਰਥ ਤੇ ਪਦਾਰਥ ਦਾ ਲਾਲਚ ਵੀ ਨਹੀਂ ਡਰਾ ਸਕਿਆ। ਡਰ ਤੇ ਹੈ ਹੀ ਨਹੀਂ। ਜਿੱਥੇ ਇਹ ਤਾਣ ਹੋਵੇ ਨਾ, ਜਿਸ ਤਾਣ ਦਾ ਮੈਂ ਜ਼ਿਕਰ ਕਰਿਆ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸ਼ਬਦ ਅੰਦਰ ਵਿਚਾਰ ਦ੍ਰਿੜ ਕਰਾ ਰਹੇ ਨੇ। ਇਹ ਤਾਣ ਜਦੋਂ ਗੁਰੂ ਦੇ ਦੱਸੇ ਮਾਰਗ ਤੇ ਜੁਲਿਆ ਚੱਲਿਆ ਸ਼ਬਦ ਤੇ ਸੁਰਤ ਦੀ ਸਾਂਝ ਪੈਂਦੀ, ਜਿਸ ਦੇ ਵਿੱਚ ਇਹ ਤਾਣ ਆ ਜਾਂਦਾ, ਉਹ ਮੌਤ ਦੇ ਡਰ ਤੋਂ ਵੀ ਨਹੀਂ ਡਰਦਾ। ਮਰਨ ਤੋਂ ਭਾਵ ਨਹੀਂ ਡਰਦਾ, ਉਹ ਕਿਸੇ ਤੋਂ ਨਹੀਂ ਡਰਦਾ। ਕੇਵਲ ਉਹਦੇ ਅੰਦਰ ਗੁਰੂ ਤੇ ਰੱਬ ਦਾ ਡਰ ਹੁੰਦਾ। ਰੱਬ ਦੇ ਡਰ ਵਿੱਚ ਰਹਿਣ ਵਾਲਾ ਦੁਨੀਆ ਦੇ ਡਰਾਂ ਤੋਂ ਨਹੀਂ ਡਰਦਾ। ਤੇ ਜੋ ਹਰ ਮਹਿਲ ਪਾਵੈ ਗੁਰ ਬਚਨੀ, ਤਿਸ ਜੀਵੜ ਅਵਰ ਨਾਹੀ ਕਿਸੇ ਦਾ ਤਾਨ। ਉਹਦੀ ਬਰਾਬਰੀ ਕੋਈ ਵੀ ਤਾਕਤਵਰ ਨਹੀਂ ਕਰ ਸਕਦਾ। ਇਹ ਸੀ ਸ਼ਬਦ ਦਾ ਮਰਕਜ਼ੀ ਕੇਂਦਰੀ ਭਾਵ। ਆਰੰਭ ਦੇ ਬਚਨ। ਜਿਤਨੇ ਸ਼ਾਹ ਪਾਤਸ਼ਾਹ ਉਮਰਾਵ ਸਿਕਦਾਰ ਚੌਧਰੀ, ਸਭ ਮਿਥਿਆ ਝੂਠ ਭਾਉ ਦੂਜਾ ਜਾਨ। हे ਮੇਰੇ ਮਨਾ, ਤੂੰ ਇਹਨਾਂ ਨਾਲ ਜੁੜਨ ਦਾ ਯਤਨ ਨਾ ਕਰੀ। ਦੁਨੀਆ ਜੁੜੀ ਹੋਈ ਹੈ। ਅਸੀਂ ਸੰਸਾਰੀ ਕਿਹਨਾਂ ਨਾਲ ਜੁੜਦੇ ਹਾਂ? ਸ਼ਾਹਾਂ ਨਾਲ। ਸ਼ਾਹ ਕਹਿੰਦੇ ਨੇ ਅਮੀਰ ਇਨਸਾਨ ਨੂੰ, ਜਿਹਦੇ ਕੋਲ ਧਨ ਦੌਲਤ ਬੇਅੰਤ ਹੈ, ਤਾਂ ਜੁੜਦੇ ਹਾਂ ਕਿ ਕਿਤੇ ਕੋਈ ਗਰਜ਼ ਨਾ ਆ ਪਵੇ, ਲੋੜ ਨਾ ਆ ਪਵੇ, ਤੇ ਇਸ ਸ਼ਾਹ ਦੇ ਕੋਲੋਂ ਆਪਣੀ ਗਰਜ਼ ਮੈਂ ਪੂਰੀ ਕਰਾਂਗਾ। ਫਿਰ ਲੋਕ ਪਾਤਸ਼ਾਹ ਨਾਲ ਜੁੜ ਗਏ, ਬਾਦਸ਼ਾਹ ਨਾਲ, ਕਿ ਇਹਦੇ ਕੋਲੋਂ ਵੀ ਆਪਣੀ ਕੋਈ ਗਰਜ਼। ਉਮਰਾਵ ਵੀ ਅਮੀਰ ਨੂੰ ਹੀ ਕਹਿੰਦੇ ਨੇ, ਸਿਕਦਾਰ ਚੌਧਰੀ ਨੂੰ ਕਹਿੰਦੇ ਨੇ। ਇਹਨਾਂ ਚੌਧਰੀਆਂ ਨਾਲ, ਸਿਕਦਾਰਾਂ ਨਾਲ, ਉਮਰਾਵਾ ਅਮੀਰਾਂ ਨਾਲ, ਸ਼ਾਹਾਂ ਤੇ ਪਾਤਸ਼ਾਹਾਂ ਨਾਲ ਜੋ ਦੁਨੀਆ ਜੁੜੀ ਹੋਈ ਹੈ ਨਾ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਚਨ ਕਰਦੇ ਤੇ ਸਭ ਮਿਥਿਆ। ਇਹ ਸਾਰੇ ਹੀ ਨਾਸਵੰਤ ਨੇ। ਇਹ ਨਾ ਤੂੰ ਆਸ ਰੱਖੇਂਗਾ, ਇਹ ਮਰਨਗੇ, ਤੇਰੀ ਆਸ ਵੀ ਮਰ ਜਾਏਗੀ, ਤੇਰਾ ਆਸਰਾ ਵੀ ਟੁੱਟ ਜਾਏਗਾ ਭਾਈ, ਜੇ ਤੂੰ ਇਹਨਾਂ ਦਾ ਆਸਰਾ ਤੱਕ ਕੇ ਜੀਵਨ ਜੀਵੇਂਗਾ। ਇਹ ਜਿਹੜਾ ਦੂਜਾ ਭਾਵ ਹੈ ਨਾ, ਇੱਕ ਮਾਲਕ ਤੋਂ ਬਿਨਾ ਇਹਨੂੰ ਕੀ ਜਾਨ ਝੂਠ। ਇਹਨਾਂ ਦਾ ਆਸਰਾ ਸਹਾਰਾ ਕੀ ਜਾਨ? ਇਹਨਾਂ ਦਾ ਆਸਰਾ ਸਹਾਰਾ ਹੈ ਮਿਥਿਆ, ਨਾਸਵੰਤ, ਝੂਠ ਭਾਉ ਦੂਜਾ ਜਾਨ। ਦੂਜਾ ਭਾਵ ਇਹ ਕਿ ਇੱਕ ਪਰਮਾਤਮਾ ਤੇ ਦੂਜੀ ਮਾਇਆ। ਮਾਇਆ ਤੋਂ ਆਸ ਮੁਰਾਦ ਜੇ ਰੱਖੀਏ ਤੇ ਵੀ ਤੇਰੀ ਆਸ ਝੂਠੀ ਹੈ, ਇਹ ਵੀ ਤੇਰੀ ਆਸ ਸੱਚੀ, ਇਹ ਤੇਰਾ ਦੀਵਾਨ ਆਸਰਾ ਸੱਚਾ ਨਹੀਂ ਹੈ। ਹਰ ਅਬਨਾਸੀ ਸਦਾ ਥਿਰ ਨੇਚਲ, ਤਿਸ ਮੇਰੇ ਮਨ ਭਜ ਪਰਵਾਣ। ਇੱਕੋ ਇੱਕ ਹਸਤੀ ਹੈ ਪਰਮਾਤਮਾ, ਜੋ ਕਦੇ ਨਾਸ ਨਹੀਂ ਹੁੰਦਾ। ਉਹ ਅਬਨਾਸੀ ਹੈ, ਸਦਾ ਰਹਿਣ ਵਾਲਾ ਹੈ। ਅਬਨਾਸੀ ਹੈ, ਸਦਾ ਥਿਰ, ਸਦਾ ਹੀ ਰਹਿਣ ਵਾਲਾ। ਉਹ ਆਉਂਦਾ ਜਾਂਦਾ ਨਹੀਂ, ਨਿਹਚਲ, ਚੱਲਦਾ ਹੀ ਨਹੀਂ ਹੈ, ਟਿਕਿਆ ਰਹਿਣ ਵਾਲਾ। ਕਿਉਂਕਿ ਉਹਦੇ ਤੋਂ ਇਲਾਵਾ ਇਸ ਦੁਨੀਆ ਤੇ ਸਦਾ ਟਿਕਿਆ ਰਹਿਣ ਵਾਲਾ ਕੁਛ ਵੀ ਨਹੀਂ ਹੈ ਤੇ ਕੋਈ ਵੀ ਨਹੀਂ। ਕੋਈ ਤੋਂ ਮੁਰਾਦ ਹੈ ਜੀਵ, ਕੁਛ ਦਾ ਮਤਲਬ ਹੈ ਪਦਾਰਥ ਵੀ ਨਹੀਂ ਔਰ ਜੀਵ ਵੀ ਨਹੀਂ। ਇੱਕ ਪਰਮਾਤਮਾ ਅਬਨਾਸੀ ਹੈ। ਬਾਕੀ ਜੋ ਕੁਝ ਅਸੀਂ ਦੇਖ ਰਹੇ ਹਾਂ, ਇਹ ਸਭ ਕੁਝ ਕੀ ਹੈ? ਧੰਨ ਗੁਰੂ ਰਾਮਦਾਸ ਜੀ ਦੇ ਕਥਨ ਮੁਤਾਬਕ ਇਹ ਨਾ ਰਹਿਣ ਵਾਲਾ ਹੈ। ਅੱਜ ਹੈ ਪਰ ਕੱਲ ਨਹੀਂ ਰਹੇਗਾ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਧਰਤੀ ਕਿੱਥੇ ਚਲੀ ਜਾਏਗੀ, ਆਕਾਸ਼ ਕਿੱਥੇ ਜਾਏ, ਚੰਦ ਸੂਰਜ ਤਾਰੇ ਕਿੱਥੇ ਚਲੇ ਜਾਣਗੇ ਤੇ ਨਹੀਂ ਨਾਸ ਹੋਣ ਲੱਗੇ।
ਪਰ ਇਹ ਸਾਡਾ ਭ੍ਰਮ ਹੈ। ਗੁਰੂ ਕੇ ਪਿਆਰਿਓ, ਗੁਰਬਾਣੀ ਇਹੀ ਦੱਸਦੀ ਹੈ, ਕੋਈ ਵਕਤ ਸੀ ਕਿ ਇਹ ਨਹੀਂ ਸਨ ਕਿ ਚੰਦ, ਸੂਰਜ, ਤਾਰੇ ਇਹ ਕੁਝ ਵੀ ਨਹੀਂ ਸੀ। ਨਹੀਂ ਯਕੀਨ ਆਉਂਦਾ ਤੇ ਗੁਰੂ ਨਾਨਕ ਸਾਹਿਬ ਦੇ ਪਾਕ ਬਚਨ ਪੜ੍ਹ ਦੇਖੋ। ਅਰਬਦ ਨਰਬਦ ਧੁੰਦੂਕਾਰਾ, ਇਹ ਧੁੰਦੂਕਾਰਾ ਧੁੰਦ ਹੀ ਧੁੰਦ ਸੀ, ਅੰਧਕਾਰ ਹੀ ਅੰਧਕਾਰ ਸੀ। ਉਸ ਵਕਤ ਆਦਿ ਕਾਲ ਸ਼ੁਰੂਆਤ ਵਿੱਚ ਅਰਬਦ ਨਰਬਦ ਧੁੰਦੂਕਾਰਾ, ਧਰਨ ਨਾ ਗਗਨਾ, ਧਰਨ ਧਰਤੀ, ਗਗਨ ਆਕਾਸ਼, ਇਹ ਕੁਝ ਵੀ ਨਹੀਂ ਸੀ। ਧਰਨ ਨਾ ਗਗਨਾ, ਹੁਕਮ ਅਪਾਰਾ, ਇੱਥੇ ਬਸ ਨਹੀਂ, ਨਾ ਦਿਨ ਰੈਣ, ਨਾ ਚੰਦ, ਨਾ ਸੂਰਜ। ਇੱਕੋ ਸਮਾਂ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਕਰਦੇ, ਕੋਈ ਸੂਰਜ ਨਹੀਂ ਸੀ, ਕੋਈ ਚੰਦਰਮਾ ਨਹੀਂ ਸੀ, ਕੋਈ ਧਰਤੀ ਤੇ ਆਕਾਸ਼ ਵੀ ਨਹੀਂ ਸੀ, ਪਰ ਮੇਰਾ ਪਰਮਾਤਮਾ ਸਾਹਿਬ ਕਹਿੰਦੇ ਉਦੋਂ ਵੀ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਵਾਹਿਗੁਰੂ ਉਦੋਂ ਵੀ ਸੀ, ਤੇ ਜੇ ਉਹਦਾ ਦੀਵਾਨ, ਉਹਦਾ ਆਸਰਾ ਲਈਏ ਤੇ ਧਰਤੀ ਰਹੇ ਨਾ ਰਹੇ, ਆਕਾਸ਼ ਰਹੇ ਨਾ ਰਹੇ, ਦਿਨ ਰਾਤ ਰਹਿਣ ਨਾ ਰਹਿਣ, ਪਰ ਉਹਦਾ ਆਸਰਾ ਕਦੇ ਵੀ ਟੁੱਟੇਗਾ ਨਹੀਂ। ਉਹਦੇ ਤੇ ਰੱਖੀ ਆਸ ਕਦੀ ਟੁੱਟੇਗੀ ਨਹੀਂ। ਇਹ ਗੁਰਬਾਣੀ ਸਾਨੂੰ ਸਿੱਖਿਆ ਦੇ ਰਹੀ। ਅਰਬਦ ਨਰਬਦ ਧੁੰਦੂਕਾਰਾ, ਧਰਨ ਨ ਗਗਨਾ, ਹੁਕਮ ਅਪਾਰਾ, ਨਾ ਦਿਨ ਰਹਿਣ, ਨਾ ਚੰਦ, ਨਾ ਸੂਰਜ। ਉਹ ਕਿੱਥੇ ਸੀ ਵਾਹਿਗੁਰੂ ਪਰਮਾਤਮਾ ਉਸ ਵਕਤ? ਸਾਹਿਬ ਕਹਿੰਦੇ ਸੁੰਨ ਸਮਾਧ ਲਗਾਇੰਦਾ। ਉਦੋਂ ਵੀ ਉਹ ਸੁੰਨ ਆਫੁਰ ਅਵਸਥਾ ਵਿੱਚ ਟਿਕਿਆ ਹੋਇਆ ਸੀ। ਅੱਜ ਗੁਰੂ ਰਾਮਦਾਸ ਮਹਾਰਾਜ ਵੀ ਸਮਝਾਉਂਦੇ, ਭਾਈ ਦੇਖ, ਇਹਨਾਂ ਦਾ ਆਸਰਾ ਤੇ ਨਾ ਰੱਖੀ, ਇਹਨਾਂ ਤੇ ਆਸ, ਇਹ ਮਿਥਿਆ ਨਾ ਸੁਵੰਤ ਹੈ, ਤੇ ਇਹਨਾਂ ਤੋਂ ਛੁੱਟ ਜੇ ਤੂੰ ਰੱਬ ਦੀ ਪੈਦਾ ਕੀਤੀ। ਮਾਇਆ ਤੇ ਆਸ ਰੱਖੇ, ਲੇਕਿਨ ਗੁਰੂ ਤੇ ਤੇਰਾ ਭਰੋਸਾ ਤੇ ਪਰਮੇਸ਼ਰ ਤੇ ਤੇਰਾ ਵਿਸ਼ਵਾਸ ਨਾ ਹੋਇਆ, ਤੇ ਯਾਦ ਰੱਖੀ ਇਹ ਵੀ ਤੇਰਾ ਜਿਹੜਾ ਹੈ ਨਾ ਆਸਰਾ, ਸਹਾਰਾ, ਦੂਜੇ ਭਾਉ ਦਾ, ਪਿਆਰ ਦਾ, ਮਾਇਆ ਦਾ ਸਨੇਹ, ਇਹਨੂੰ ਵੀ ਝੂਠ ਸਮਝ। ਰਹਾਉ ਦੇ ਪਦ ਤੋਂ ਅੱਗੇ ਸਤਿਗੁਰੂ ਵਿਚਾਰ ਬਖਸ਼ਦੇ ਨੇ, ਜਿਤਨੇ ਧਨਵੰਤ, ਕੁਲਵੰਤ, ਮਿਲਖਵੰਤ ਦੀਸੈ ਮਨ ਮੇਰੇ, ਸਭ ਬਿਨਸ ਜਾਹੇ ਜਿਉ ਰੰਗ ਕਸੁੰਭ ਕਚਾਨ। ਇਹ ਦੁਨੀਆ ਤੇ ਜਿਤਨੇ ਵੀ ਧਨਵਾਨ ਨੇ, ਕੁਲਵੰਤ ਦਾ ਮਤਲਬ ਹੈ ਚੰਗੀ ਕੁਲ ਵਿੱਚ ਪੈਦਾ ਹੋਣ ਵਾਲੇ। ਮਿਲਖਵੰਤ ਦਾ ਅਖਰੀ ਅਰਥ ਹੁੰਦਾ ਹੈ ਜ਼ਗੀਰਾਂ ਨੇ। ਜ਼ਗੀਰ ਦਾ ਸੰਬੰਧ ਆਪ ਸਮਝਦੇ ਹੋ ਜ਼ਮੀਨ ਨਾਲ ਹੈ, ਜਿਨ੍ਹਾਂ ਕੋਲ ਬਹੁਤ ਜ਼ਮੀਨਾਂ ਨੇ, ਮਿਲਖਵੰਤ ਲੋਕ ਨੇ। ਦੀਸੇ ਦਾ ਮਤਲਬ ਦਿਸਦੇ ਨੇ। ਇਹ ਦੁਨੀਆ ਵਿੱਚ ਅਸੀਂ ਦੇਖ ਰਹੇ ਹਾਂ ਧਨਵਾਨਾਂ ਨੂੰ ਵੀ, ਉੱਚੀਆਂ ਕੁੱਲਾਂ ਵਾਲਿਆਂ ਨੂੰ ਵੀ, ਤੇ ਜ਼ਮੀਨ ਜਾਇਦਾਦ ਮਿਲਖਵੰਤ ਵੀ ਦਿਸ ਰਹੇ। ਮੇਰੇ ਮਨਾ ਕਿ ਇਹਨਾਂ ਦਾ ਜੀਵਨ ਸਫਲ ਹੋ ਗਿਆ, ਬਹੁਤਾ ਧਨ ਇਕੱਠਾ ਕਰਕੇ, ਚੰਗੀ ਕੁੱਲ ਵਿੱਚ ਪੈਦਾ ਹੋ ਕੇ, ਮਿਲਖਾਂ ਤੇ ਜ਼ਗੀਰਾਂ ਦਾ ਮਾਲਕ ਬਣ ਕੇ। ਸਾਹਿਬ ਸਮਝਾਉਂਦੇ ਨਾ ਭਾਈ, ਨਹੀਂ, ਇਹ ਜਿਹੜੇ ਦਿਸ ਰਹੇ ਨੇ ਨਾ ਤੈਨੂੰ ਮੇਰੇ ਮਨਾ, ਸਭ ਬਿਨਸ ਜਾਹੇ। ਇੱਕ ਦਿਨ ਇਹਨਾਂ ਨੇ ਬਿਨਸ ਜਾਣਾ। ਆਏ ਨੇ ਦੁਨੀਆ ਤੇ ਚਲੇ ਜਾਵਣਗੇ। ਇਹਨਾਂ ਤੋਂ ਵੀ ਆਸ ਨਾ ਰੱਖੀ। ਇਹਨਾਂ ਦੇ ਆਸਰੇ ਵੀ ਸੱਚੇ ਤੇ ਟਿਕੇ ਰਹਿਣ ਵਾਲੇ ਨਹੀਂ, ਕਿਉਂਕਿ ਮੇਰੇ ਮਨਾ ਸਭ ਬਿਨਸ ਜਾਹੇ। ਇਹ ਤੇ ਇੱਦਾਂ ਨੇ ਜਿਉਂ ਰੰਗ ਕਸੁੰਭ ਕਚਾਨ। ਕਚਾਨ ਦਾ ਅਰਥ ਹੈ ਕੱਚਾ। ਦੋ ਰੰਗਾਂ ਦਾ ਜ਼ਿਕਰ ਅਕਸਰ ਬਾਣੀ ਵਿੱਚ ਆਇਆ। ਜਗਤ ਦੇ ਪਦਾਰਥਾਂ ਦੀ ਜਦ ਤੁਲਨਾ ਕੀਤੀ ਰੰਗ ਨਾਲ, ਤੋ ਰੰਗ ਕੁਸੰਬੇ ਦਾ ਜ਼ਿਕਰ ਆਇਆ, ਤੇ ਜਦੋਂ ਪਰਮੇਸ਼ਰ ਦੇ ਨਾਮ ਦਾ ਜ਼ਿਕਰ ਆਇਆ ਤੇ ਫਿਰ ਕੁਸੰਬਾ ਰੰਗ ਨਹੀਂ, ਫਿਰ ਰੰਗ ਮਜੀਠ ਦਾ। ਇਹ ਦੋਨੇ ਰੰਗਾਂ ਦੇ ਕੱਪੜੇ ਅੱਜ ਵੀ ਸਮਾਜ ਦੇ ਵਿੱਚ ਵੇਚੇ ਖਰੀਦੇ ਜਾ ਰਹੇ ਨੇ। ਪਰ ਕੁਸੰਬਾ ਰੰਗ ਉਹ ਹੈ ਜਿਹੜਾ ਧੋਤਿਆਂ ਲੈ ਜਾਵੇ।
ਕੱਚਾ ਰੰਗ। ਤੇ ਮਜੀਠ ਦਾ ਰੰਗ ਉਹ ਹੈ ਜਦੋਂ ਕੱਪੜੇ ਤੇ ਚੜ੍ਹ ਜਾਂਦਾ ਹੈ। ਗੁਰੂ ਦੇ ਪਿਆਰਿਓ, ਕੱਪੜਾ ਹੰਡਾਉਂਦਿਆਂ ਫਟ ਜਾਂਦਾ, ਛਿਝ ਜਾਂਦਾ, ਪਰ ਉਹਦੇ ਰੰਗਾਂ ਦੀ ਚਮਕ ਤੇ ਦਮਕ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ। ਪਰਮਾਤਮਾ ਦਾ ਨਾਮ ਵੀ ਐਸਾ ਹੀ ਹੈ। ਸਰੀਰ ਬਜ਼ੁਰਗ ਹੋ ਸਕਦਾ ਹੈ, ਪੁਰਾਣਾ ਹੋ ਸਕਦਾ ਹੈ, ਫਟ ਸਕਦਾ ਹੈ ਸਰੀਰ ਰੂਪੀ ਝੋਲਾ, ਪਰ ਜਿਨ੍ਹਾਂ ਦੇ ਉੱਤੇ ਪਰਮਾਤਮਾ ਦੇ ਨਾਮ ਦਾ ਰੰਗ ਚੜਿਆ ਹੈ, ਕਦੇ ਰੰਗ ਫਿੱਕਾ ਨਹੀਂ ਪੈਂਦਾ। ਇਸੇ ਲਈ ਬਾਣੀ ਵਿੱਚ ਗੁਰਵਾਕ ਹੈ, ਮੇਰੇ ਰਮਈਏ ਰੰਗ ਮਜੀਠ ਕਾ। ਇਹ ਮਜੀਠਾ ਰੰਗ ਹੈ। ਮੇਰੇ ਸੋਹਣੇ ਪ੍ਰਭੂ ਪਰਮਾਤਮਾ ਦੇ ਨਾਮ ਦਾ ਜੋ ਰੰਗ ਹੈ ਉਹ ਮਜੀਠਾ ਰੰਗ ਹੈ। ਚੜ੍ਹ ਜਾਏ ਨਾ ਤੇ ਇਹ ਰੰਗ ਜਿਹੜਾ ਦਿਨ ਬ ਦਿਨ ਚਮਕਦਾ ਹੀ ਹੈ। ਇਹ ਮੱਧਮ ਨਹੀਂ ਪੈਂਦਾ, ਲਹਿੰਦਾ ਨਹੀਂ ਹੈ। ਪਰ ਇਹਨਾਂ ਨੂੰ ਸਭਨਾਂ ਨੂੰ ਜਿੰਨੇ ਧਨਵੰਤ ਨੇ, ਕੁਲਵੰਤ ਨੇ, ਮਿਲਖਵੰਤ ਨੇ, ਦੀਸਹਿ ਮਨ ਮੇਰੇ ਸਭ ਬਿਨਸ ਜਾਏ, ਇੱਕ ਦਿਨ ਬਿਨਸ ਜਾਣਗੇ। ਇਹ ਤੇ ਏਦਾਂ ਨੇ ਜਿਉਂ ਰੰਗ ਕਸੁੰਭ ਕਚਾਨ, ਜਿਵੇਂ ਕੋਸੰਬੇ ਦਾ ਰੰਗ ਹੈ ਨਾ ਕੱਚਾ, ਪਹਿਲੇ ਧੋਈ ਪਾਣੀ ਦੇ ਵਿੱਚ ਸਾਰਾ ਘੁਲ ਜਾਂਦਾ, ਲਹਿ ਜਾਂਦਾ ਹੈ। ਇਹਨਾਂ ਨੇ ਪਤਾ ਨਹੀਂ ਕਦੋਂ ਇਸ ਦਾਰੁਲ ਫਨਾ ਫਾਨੀ ਸੰਸਾਰ ਤੋਂ ਕੂਚ ਕਰ ਜਾਣਾ, ਬਿਨਸ ਜਾਣਾ। ਇਹਨਾਂ ਤੇ ਆਸ ਨਾ ਰੱਖ, ਨਾ ਕਿਸੇ ਧਨਵੰਤੇ, ਨਾ ਕੁਲਵੰਤੇ, ਨਾ ਮਿਲਖਵੰਤੇ। ਫਿਰ ਕੀ ਕਰ, ਹਰ ਸਤ ਨਿਰੰਜਨ ਸਦਾ ਸੇ ਮਨ ਮੇਰੇ, ਜਿਤ ਹਰ ਦਰਗਹਿ ਪਾਵੈ ਤੂੰ ਮਾਣ। ਜੋ ਪਰਮਾਤਮਾ ਸਤ ਹੈ, ਸਤ ਦਾ ਮਤਲਬ ਹੈ ਸਦਾ ਕਾਇਮ ਰਹਿਣ ਵਾਲਾ ਹੈ, ਨਿਰੰਜਨ ਹੈ। ਉਹਨੇ ਆਪ ਹੀ ਮਾਇਆ ਪੈਦਾ ਕੀਤੀ, ਪਰ ਨਿਰਅੰਜਨ ਇਹ ਦੋ ਲਕਬ ਨੇ। ਨਿਰ ਦਾ ਅਰਥ ਹੁੰਦਾ ਰਹਿਤ, ਅੰਜਨ ਦਾ ਅਰਥ ਹੁੰਦਾ ਕਾਲਕ। ਅੰਜਨ ਸੁਰਮੇ ਨੂੰ ਵੀ ਕਹਿੰਦੇ, ਤੋ ਸੁਰਮਾ ਕੀ ਹੈ, ਕਾਲਕ ਹੀ ਹੈ। ਬੇਸ਼ੱਕ ਅੱਖਾਂ ਦੇ ਵਿੱਚ ਇਹਨੂੰ ਪਾ ਕੇ ਅਸੀਂ ਅੱਖਾਂ ਦਾ ਸ਼ਿੰਗਾਰ ਕਰਦੇ ਹਾਂ, ਹੈ ਇਹ ਕਾਲਕ ਹੀ ਹੈ। ਅੰਜਨ ਨਿਰਅੰਜਨ ਮਾਇਆ ਦੀ ਕਾਲਕ ਤੋਂ ਰਹਿ। ਹਰ ਸਤ ਜੋ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਮਾਇਆ ਤੋਂ ਨਿਰਲੇਪ ਹੈ। ਸਦਾ ਸੇਵ ਮਨ ਮੇਰੇ, ਸਦਾ ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਉਹਦਾ ਸੇਵਨ ਕਰਿਆ ਕਰ। ਕੀ ਹੋਵੇਗਾ ਜੇ ਉਹਦਾ ਸੇਵਨ ਕਰੇਗਾ? ਜਿਤ ਹਰ ਦਰਗਹਿ ਪਾਵਹਿ ਤੂੰ ਮਾਨ। ਇਹ ਸੰਸਾਰ ਤੋਂ ਜਦੋਂ ਤੂੰ ਕੂਚ ਕਰੇਗਾ ਤੇ ਰੱਬ ਦੀ ਦਰਗਾਹ ਦੇ ਵਿੱਚ ਜਾ ਕੇ ਤੈਨੂੰ ਕੀ ਮਿਲੇਗਾ? ਮਾਣ। ਮਾਣ ਦਾ ਮਤਲਬ ਹੈ ਇੱਜ਼ਤ, ਤੈਨੂੰ ਉੱਥੇ ਸਤਿਕਾਰ ਮਿਲੇਗਾ। ਕਿਉਂਕਿ ਜਿਹੜੇ ਆਮ ਮਨੁੱਖ ਜਮਾ ਦੀ ਮਾਰ ਖਾਂਦੇ ਇੱਥੋਂ ਜਾਂਦੇ ਨੇ ਨਾ, ਇੱਥੋਂ ਚੱਲਣ ਸਮੇਂ ਵੀ ਉਹਨਾਂ ਦਾ ਅਨਾਦਰ ਹੁੰਦਾ ਤੇ ਅੱਗੇ ਜਾ ਕੇ ਵੀ ਰੱਬ ਦੀ ਦਰਗਾਹ ਵਿੱਚ ਵੀ ਉਹਨਾਂ ਨੂੰ ਸਤਿਕਾਰ ਨਹੀਂ ਮਿਲਦਾ ਹੁੰਦਾ, ਉੱਥੇ ਵੀ ਅਨਾਦਰ ਹੈ। ਇੱਕ ਗੁਰਵਾਕ, ਨਿੰਦਕ ਕਾ ਮੁਖ ਕਾਲਾ ਹੋਆ। ਦੀਨ ਦੁਨੀਆ ਦੇ ਦਰਬਾਰ, ਇੱਥੇ ਦੁਨੀਆ ਵਿੱਚ ਵੀ ਮੋਕਾਲਖ ਖੱਟਦਾ ਨਿੰਦਕ ਬੰਦਾ, ਵਿਕਾਰੀ ਬੰਦਾ, ਵਿਭਚਾਰੀ ਬੰਦਾ, ਇਖਲਾਕੀ ਤੌਰ ਤੇ ਗਿਰਿਆ ਇਨਸਾਨ ਸੰਸਾਰ ਦੀਆਂ ਨਜ਼ਰਾਂ ਵਿੱਚ ਵੀ ਗਿਰ ਜਾਂਦਾ ਤੇ ਰੱਬ ਦੀ ਦਰਗਾਹ ਵਿੱਚ ਵੀ ਉਹਦੇ ਮੂੰਹ ਕਾਲਖ ਹੀ ਲੱਗਦੀ, ਮੂੰਹ ਤੇ ਕਾਲਖ ਹੀ ਲੱਗਦੀ। ਇਸੇ ਲਈ ਮੇਰੇ ਗੁਰੂਦੇਵ ਸਮਝਾਉਂਦੇ, ਮਨ ਮੇਰੇ ਐ ਸਾਰੇ ਬਿਨਸ ਜਾਣੇ ਨੇ, ਤੂੰ ਸਦਾ ਕਾਇਮ ਰਹਿਣ ਵਾਲੇ ਹਰੀ ਪਰਮਾਤਮਾ ਜੋ ਮਾਇਆ ਤੋਂ ਨਿਰਲੇਪ ਹੈ, ਉਹਦਾ ਸੇਵਨ ਸਿਮਰਨ ਕਰਿਆ ਕਰ। ਜਿਸ ਸਿਮਰਨ ਦੀ ਬਰਕਤ ਨਾਲ ਰੱਬ ਦੀ ਦਰਗਾਹ, ਹਰੀ ਦੀ ਦਰਗਾਹ ਦੇ ਵਿੱਚ ਤੂੰ ਜਾਏਗਾ ਤੇ ਤੂੰ ਮਾਨ ਇੱਜ਼ਤ ਪਾਏਗਾ। ਇੱਜ਼ਤ ਬ੍ਰਾਹਮਣ, ਖੱਤਰੀ, ਸੂਦ, ਵੈਸ, ਚਾਰ ਵਰਨ, ਚਾਰ ਆਸ਼ਰਮ ਹੈ। ਜੋ ਹਰ ਧਿਆਵੈ ਸੋ ਪ੍ਰਧਾਨ। ਹੁਣ ਗੁਰੂ ਕੇ ਪਿਆਰਿਓ, ਜਗਤ ਵਿੱਚ ਇਹ ਵੀ ਬੜੀ ਊਚ ਨੀਚ ਦੀ ਵੀ ਬੜੀ ਭਿੱਟ ਸੀ। ਅੱਜ ਵੀ ਇਉਂ ਪ੍ਰਤੀਤ ਹੁੰਦਾ ਹੈ। ਗੁਰੂ ਨੇ ਜਿਸ ਭਿੱਟ ਤੋਂ ਸਾਨੂੰ ਪਵਿੱਤਰ ਕੀਤਾ ਸੀ, ਅੱਜ ਸਾਡੇ ਵਿੱਚ ਵੀ ਆ ਗਈ ਹੈ।
ਸਾਡੇ ਗੁਰਸਿੱਖਾਂ ਦੇ ਵਿੱਚ ਇਹ ਨਹੀਂ ਸੀ। ਊਚ ਨੀਚ, ਵੱਡਾ ਛੋਟਾ, ਉੱਚਾ ਨੀਵਾਂ। ਖੈਰ, ਮੈਂ ਪਹਿਲਾਂ ਬਚਨ ਜਿਹੜੇ ਨੇ ਗੁਰੂ ਦੇ ਇਹ ਵਾਚਾਂ ਫਿਰ ਵਿਚਾਰ ਕਰਦਾ। ਬ੍ਰਾਹਮਣ ਨੇ ਸ਼ਾਤਰ ਬਿਰਤੀ ਨਾਲ ਇਨਸਾਨੀਅਤ ਨੂੰ 4 ਹਿੱਸਿਆਂ ਵਿੱਚ ਆਦਿ ਕਾਲ ਵਿੱਚ ਵੰਡ ਦਿੱਤਾ। ਬ੍ਰਾਹਮਣ ਦੁਨੀਆ ਭਰ ਦੇ ਵਧੀਆ ਅਧਿਕਾਰ ਸਾਰੇ ਬ੍ਰਾਹਮਣ ਨੇ ਆਪਣੇ ਕੋਲ ਰੱਖ ਲਏ। ਖੱਤਰੀ ਨੂੰ ਪਕੜਾ ਦਿੱਤਾ ਸ਼ਸਤਰ ਕਿ ਤੂੰ ਸਮਾਜ ਔਰ ਦੁਨੀਆ ਦੀ ਰੱਖਿਆ ਕਰ। ਸੰਖੇਪ, ਇਹ ਬੜੀ ਲੰਬੀ ਚੌੜੀ ਵਿਚਾਰ ਹੈ, ਪਰ ਸੰਖੇਪ ਸੂਦ ਨੂੰ ਕਹਿ ਦਿੱਤਾ ਤੂੰ ਹਲ ਚਲਾ, ਚੱਲ ਖੇਤ ਵਿੱਚ ਅਨਾਜ ਪੈਦਾ ਕਰ। ਜੋ ਮੇਨ ਕੰਮ, ਪ੍ਰਮੁੱਖ ਕੰਮ ਬ੍ਰਾਹਮਣ ਨੇ ਸੌਂਪੇ ਨੇ, ਇਹ ਵਰਨਾਂ ਦੇ ਵਿੱਚ ਵੰਡ ਕੇ ਦੁਨੀਆ ਨੂੰ। ਤੇ ਸ਼ੂਦਰ ਲਈ ਕੀ ਹੋਇਆ? ਸ਼ੂਦਰ ਨੂੰ ਕਿਹਾ ਭਈ ਤੂੰ ਸਾਰਿਆਂ ਦੀ ਸੇਵਾ ਹੀ ਕਰ, ਤੂੰ ਸਾਰਿਆਂ ਦੇ ਚਰਨਾਂ ਦਾ ਦਾਸ ਹੈ, ਤੈਨੂੰ ਕੋਈ ਵੀ ਵਰਤ ਸਕਦਾ, ਤੇਰਾ ਆਪਣਾ ਕੋਈ ਜੀਵਨ ਨਹੀਂ ਹੈ। ਇਹ ਤਿੰਨੇ ਜਿਸ ਤਰ੍ਹਾਂ ਤੈਨੂੰ ਚਾਹਣ ਤੋਂ ਉਹਦਾ ਇਹਨਾਂ ਦੀ ਸੇਵਾ ਕਰ। ਹੁਣ ਜੇ ਗੁਰੂ ਕੇ ਪਿਆਰਿਓ ਦੂਜਾ ਪੱਖ ਲਈਏ ਤੇ ਕਿਸੇ ਨੇ ਕਹਿ ਦਿੱਤਾ ਬ੍ਰਾਹਮਣ ਦੇਵਤਾ ਜੀ ਇਹ ਤੁਸੀਂ ਕੀ ਕੀਤਾ? ਹੈ ਤੇ ਸਾਰੇ ਇਨਸਾਨ ਨੇ, ਆ ਕੀ ਤੂੰ ਵੰਡ ਕਰ ਦਿੱਤੀ ਹੈ? ਤੇ ਉਹ ਕਹਿਣ ਲੱਗਾ ਕਿ ਬ੍ਰਾਹਮਣ ਜਿਹੜਾ ਹੈ ਨਾ, ਉਹ ਬ੍ਰਹਮਾ ਦੇ ਮੂੰਹ ਵਿੱਚੋਂ ਪੈਦਾ ਹੋਇਆ। ਕਿੱਥੋਂ ਪੈਦਾ ਹੋਇਆ? ਮੂੰਹ ਵਿੱਚੋਂ। ਇਸ ਲਈ ਬ੍ਰਾਹਮਣ ਕੇਵਲ ਤੁਹਾਨੂੰ ਸਭ ਨੂੰ ਉਪਦੇਸ਼ ਕਰੇਗਾ। ਤੁਹਾਡਾ ਕੰਮ ਹੈ ਉਪਦੇਸ਼ ਨੂੰ ਮੰਨਣਾ, ਸੁਣਨਾ। ਖੱਤਰੀ ਜਿਹੜਾ ਇਹਦਾ ਜਨਮ ਹੋਇਆ ਬਾਜੂਆਂ ਤੋਂ, ਇਹਨੂੰ ਤਾਕਤ ਦਾ ਕੰਮ ਦਿੱਤਾ ਗਿਆ, ਰੱਖਿਆ। ਸੂਦ ਜਿਹੜਾ, ਵੈਸ ਜਿਹੜਾ ਮਾਫ ਕਰਨਾ, ਉਹ ਧੁਨੀ ਤੋਂ ਪੈਦਾ ਹੋਇਆ, ਬ੍ਰਹਮਾ ਦੀ ਤੋਂ। ਇਸ ਲਈ ਇਹਨੂੰ ਪੇਟ ਭਰਨ ਵਾਲੇ ਪਾਸੇ ਕੰਮੇ ਲਾ ਦੇ। ਸ਼ੂਦਰ ਜਿਹੜਾ ਚਰਨਾਂ ਵਿੱਚੋਂ ਪੈਦਾ ਹੋਇਆ ਬ੍ਰਹਮਾ ਦੇ, ਇਸ ਲਈ ਇਹਨੂੰ ਪੈਰਾਂ ਹੇਠ ਹੀ ਰੱਖਣਾ, ਮਾਫ ਕਰਨਾ। ਗੁਰੂ ਨਾਨਕ ਦੇ ਘਰ ਨੇ ਇਹ ਵਿਚਾਰ ਕਬੂਲ ਨਹੀਂ ਕੀਤੀ। ਬਸ ਵਿਪਰ ਦੀ ਰੀਤੀ ਦਾ ਵਿਰੋਧ ਪਤਾ ਕਿਉਂ ਕੀਤਾ ਜਾਂਦਾ? ਗੁਰੂ ਨਾਨਕ ਦੇ ਘਰ ਵਿੱਚ ਇਹ ਵਿਚਾਰ ਕਬੂਲ, ਪ੍ਰਵਾਨ, ਤਸਲੀਮ ਨਹੀਂ ਕੀਤੀ ਗਈ ਕਿ ਵਿਪਰ ਤੇਰੀ ਇਹ ਜਿਹੜੀ ਵਿਚਾਰ ਹੈ ਇਹ ਗਲਤ ਹੈ। ਰੱਬ ਨੇ ਤੇ ਸਭ ਇਨਸਾਨ ਪੈਦਾ ਕਰਕੇ ਭੇਜੇ ਨੇ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੈ। ਤੂੰ ਕਿਸੇ ਨੂੰ ਭਲਾ ਤੇ ਮੰਦਾ ਨਹੀਂ ਕਹਿ ਸਕਦਾ। ਗੁਰੂ ਸਾਹਿਬਾਂ ਤੇ ਇੱਥੋਂ ਤੱਕ ਵੀ ਸੁਚੇਤ ਕੀਤਾ, ਭਾਈ ਨਾ ਕੋ ਮੂਰਖ ਨਾ ਕੋ ਸਿਆਣਾ। ਬੰਦਾ ਇਹ ਨਾ ਕਹੇ 4 ਅੱਖਰ ਪੜ੍ਹ ਕੇ ਮੈਂ ਸਿਆਣਾ ਹੋ ਗਿਆ। ਐਸ ਦੁਨੀਆ ਤੇ ਤੈਨੂੰ ਅਧਿਕਾਰ ਨਹੀਂ ਤੂੰ ਕਿਸੇ ਨੂੰ ਮੂਰਖ ਕਹੇ ਤੇ ਆਪਣੇ ਆਪ ਨੂੰ ਸਿਆਣਾ ਕਹੇ। ਨਾ, ਹੋ ਸਕਦਾ ਜਿਹਨੂੰ ਤੂੰ ਮੂਰਖ ਕਹਿ ਰਿਹਾ ਉਹ ਤੇਰੇ ਨਾਲੋਂ ਕਈ ਗੁਣਾ ਸਿਆਣਾ ਹੋਵੇ। ਇਹਦੇ ਵਿੱਚ ਵੀ ਇੱਕ ਗੱਲ ਯਾਦ ਰੱਖਣਾ, ਵਰਤੈ ਸਭ ਕਿਛ ਤੇਰਾ ਭਾਣਾ। ਉਹ ਮਾਲਕ ਨੇ ਮੱਤ ਦਿੱਤੀ ਤੂੰ ਸਿਆਣਾ ਬਣ ਗਿਆ, ਤੇ ਜਿਹਨੂੰ ਥੋੜੀ ਦਿੱਤੀ ਤੂੰ ਉਹਨੂੰ ਅਜਾਨ ਤੇ ਮੂਰਖ ਦਾ ਖਿਤਾਬ ਦੇ ਦਿੱਤਾ। ਗੁਰਮਤਿ ਨੇ ਗੱਲਾਂ ਕਬੂਲ ਨਹੀਂ ਕੀਤੀਆਂ। ਮੇਰੇ ਸਤਿਗੁਰੂ ਅੱਜ ਸਮਝਾ ਰਹੇ ਨੇ, ਭਾਈ ਬ੍ਰਾਹਮਣ ਹੈ, ਖੱਤਰੀ ਹੈ, ਸ਼ੂਦਰ ਹੈ, ਵੈਸ, ਇਹ 4 ਕੀ ਨੇ? ਵਰਣ। ਇਹ ਵਰਣ ਨੇ। ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ 4 ਵਰਨਾ ਕੋ। ਇਹ ਗੁਰੂ ਨਾਨਕ ਦੇ ਘਰ ਦੀ ਗੱਲ ਹੈ। ਇੱਥੇ ਕੋਈ ਬ੍ਰਾਹਮਣ ਆ ਜਾਏ, ਕੋਈ ਖੱਤਰੀ ਆਵੇ, ਸ਼ੂਦਰ ਆਵੇ, ਵੈਸ ਆਵੇ, ਇੱਥੇ ਉਪਦੇਸ਼ ਗੁਰੂ ਦੀ ਸੰਗਤ ਵਿੱਚ ਬੈਠ ਕੇ ਸਭ ਨੂੰ ਬਰਾਬਰ ਹੀ ਸਿੱਖਿਆ ਮਿਲਦੀ ਹੈ। ਗੁਰੂ ਕੇ ਪਿਆਰਿਓ, ਸਭਨਾਂ ਨੂੰ ਕਰਨ ਦੇ ਲਈ ਜਿਹੜੀ ਸੇਵਾ ਇੱਕੋ ਜਿਹੀ ਮਿਲਦੀ ਹੈ, ਕੋਈ ਵਿਤਕਰਾ ਨਹੀਂ ਹੈ। ਇਹ ਅਲੱਗ ਗੱਲ ਹੈ ਕਿ ਅੱਜ ਗੁਰੂ ਪੰਥ ਵੀ ਨਹੀਂ ਬਚ ਸਕਿਆ। ਇਹਨਾਂ ਵਿੱਚੋਂ ਅਸੀਂ ਵੀ ਵਿਤਕਰੇ ਜੀਵਨ ਵਿੱਚ ਲੈ ਆਂਦੇ। ਭਾਈ ਇਹ 4ਥੇ ਪੌੜੇ ਦਾ, ਇਹਨੂੰ ਇੱਦਾਂ ਨਹੀਂ ਇੱਦਾਂ ਕਰੋ। ਮੈਂ ਇਹ ਫਲਸਫਾ ਖੋਲ੍ਹਣਾ ਨਹੀਂ ਚਾਹੁੰਦਾ, ਕਿਉਂਕਿ ਮਤਭੇਦ ਪਹਿਲਾਂ ਹੀ ਕੌਮ ਵਿੱਚ ਇੰਨੇ ਨੇ ਕਿ ਉਹ ਦੂਰ ਨਹੀਂ ਹੋ ਰਹੇ ਕਿ ਨਵੇਂ ਅਸੀਂ ਜਿਹੜੇ ਵਿਚਾਰਵਾਨ ਹੋਰ ਨਵਾਂ ਭਰਮ ਪਾ ਜਾਈਏ, ਪਹਿਲੇ ਕੱਢ ਲਈਏ।
ਫਿਰ ਨਵਿਆਂ ਦੇ ਬਾਰੇ ਕੁਝ ਸੋਚਾਂਗੇ। ਗੁਰੂ ਪਿਆਰਿਓ, ਅਸਲ ਵਿੱਚ ਇਹ ਭਰਮ ਹੀ ਹੈ ਸਾਡਾ, ਕਿਸੇ ਨੂੰ ਉੱਚਾ ਨੀਵਾਂ ਕਹਿਣਾ ਤੇ ਸੁਣਨਾ। ਸਮਾਂ ਸੀਮਤ ਹੈ। ਆਖਰੀ ਬੰਦੋਂ ਵੀ ਵਚੀਏ ਬ੍ਰਾਹਮਣ, ਖੱਤਰੀ, ਸੂਦ, ਵੈਸ, 4 ਵਰਨ। ਹੁਣ 4 ਅੱਗੇ ਆਸ਼ਰਮ ਵੀ ਬਣਾ ਦਿੱਤੇ। 4 ਆਸ਼ਰਮ ਨੇ, 4 ਵਰਨ ਤੇ ਆਪਾਂ ਵਿਚਾਰ ਲਏ ਨੇ। ਆਸ਼ਰਮ ਵੀ ਵਿਚਾਰਦੇ ਹਾਂ। ਆਸ਼ਰਮ ਹਨ ਜਿਵੇਂ ਬ੍ਰਹਮਚਾਰੀ, ਜਿਹਨੂੰ ਬ੍ਰਹਮਚਰਜ ਕਹਿੰਦੇ ਨੇ, ਬ੍ਰਹਮਚਾਰੀ। ਇਹਦੇ ਵਿੱਚ ਦੂਜਾ ਏ ਸੰਨਿਆਸੀ, ਤੀਜਾ ਏ ਗ੍ਰਸਤੀ ਤੇ ਚੌਥਾ ਏ ਵਾਣਪ੍ਰਸਤੀ। ਇਹ 4 ਜਿਹੜੇ ਨੇ ਨਾ, ਇਹ ਗੁਰੂ ਦੇ ਪਿਆਰਿਓ ਵਰਨ ਨਹੀਂ, ਇਹ 4 ਆਸ਼ਰਮ ਨੇ। 4 ਆਸ਼ਰਮ ਤੇ 4 ਵਰਨ ਮਿਲ ਕੇ 8 ਹੋ ਗਏ। ਇਹ ਜਿਹੜੇ 8 ਦੇ 8 ਨੇ ਨਾ, ਇਹਨਾਂ ਵਿੱਚੋਂ ਗੁਰੂ ਨੇ ਪ੍ਰਧਾਨ ਕਿਹਨੂੰ ਕਿਹਾ, ਗੁਰੂ ਨੇ ਮੁਖੀ ਕਿਹਨੂੰ ਕਿਹਾ? ਸਾਹਿਬ ਕਹਿੰਦੇ ਜਾਤੀ ਕਰਕੇ ਕੋਈ ਬ੍ਰਾਹਮਣ, ਖੱਤਰੀ, ਸੂਦ, ਵੈਸ ਤੇ ਆ ਜਿਹੜੇ 4 ਆਸ਼ਰਮ ਨੇ ਨਾ, ਇਹਨਾਂ ਵਿੱਚੋਂ ਵੀ ਜੋ ਹਰ ਧਿਆਵੈ ਸੋ ਪ੍ਰਧਾਨ। ਗੁਰੂ ਨਾਨਕ ਦੇ ਘਰ ਦੀ ਸਿੱਖਿਆ ਇਹ ਕਹਿ ਰਹੀ ਹੈ ਕਿ ਪ੍ਰਧਾਨ ਉਹ ਹੈ, ਮੁਖੀ ਉਹ ਹੈ। ਉੱਤਮ ਤੇ ਸ੍ਰੇਸ਼ਟ ਜੀਵਨ ਉਸ ਮਨੁੱਖ ਦਾ ਜਿਨੇ ਪਰਮਾਤਮਾ ਦਾ ਨਾਮ ਜਪਿਆ। ਨਾਮ ਧਿਆਉਣ ਸਿਮਰਨ ਤੋਂ ਬਿਨਾ ਕੋਈ ਮੁਖੀ ਨਹੀਂ ਹੋ ਸਕਦਾ। ਜਿਉ ਚੰਦਨ ਨਿਕਟ ਵਸੈ ਹਿਰੰਡ ਬਪੜਾ, ਤਿਉ ਸਤ ਸੰਗਤ ਮਿਲ ਪਤਿਤ ਪਰਵਾਣ। ਜਿਵੇਂ ਦੇਖੋ ਚੰਦਨ ਹੈ ਨਾ, ਚੰਦਨ ਦੇ ਗੁਣਾਂ ਦਾ ਜ਼ਿਕਰ ਕੀਤਾ ਬਾਣੀ ਵਿੱਚ। ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ। ਓਏ ਵੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਕਬੀਰ ਜੀ ਨੇ ਤੇ ਗੁਰੂ ਨੂੰ ਹੀ ਚੰਦਨ ਕਹਿ ਦਿੱਤਾ। ਭਾਈ ਆਓ, ਗੁਰੂ ਚੰਦਨ ਹੈ। ਗੁਰੂ ਚੰਦਨ ਕੋਲ ਆਓਗੇ ਤੇ ਤੁਸੀਂ ਗੁਰੂ ਵਰਗੇ ਹੀ ਹੋ ਜਾਵੋਗੇ। ਜਿਵੇਂ ਬਾਹਰ ਬਾਵਨ ਚੰਦਨ ਹੈ ਨਾ, ਉਹਦੇ ਪਾਸ ਭਾਵੇਂ ਢਾਕ ਪਲਾਸ ਦਾ ਬੂਟਾ ਹੋਵੇ, ਭਾਵੇਂ ਹਿਰੰਡ ਦਾ ਹੋਵੇ ਜਿਹਦੇ ਵਿੱਚੋਂ ਬਦਬੂ ਆਉਂਦੀ ਹੈ, ਗੰਦੀ ਸਮੈਲ ਆਉਂਦੀ ਹੈ, ਪਰ ਚੰਦਨ ਦਾ ਸੰਗ ਕਰਕੇ ਉਹਦੇ ਵਿੱਚੋਂ ਵੀ ਇੱਕ ਦਿਨ ਸੁਗੰਧੀ ਆਉਣ ਲੱਗਦੀ ਹੈ। ਸੁਗੰਧੀ, ਉਹ ਸੁਗੰਧਿਤ ਹੋ ਜਾਂਦੇ ਨੇ। ਤੇ ਜਿਉਂ ਚੰਦਨ ਨਿਕਟ ਵਸੈ ਹਿਰਨ ਬਪੜਾ, ਇਹ ਵਿਚਾਰਾ ਬਦਬੂ ਜਿਹਦੇ ਤਨ ਵਿੱਚੋਂ ਆ ਰਹੀ ਏ। ਤਿਉ ਸਤ ਸੰਗਤ ਮਿਲ ਪਤਿਤ ਪਰਵਾਨ। ਵਿਕਾਰੀ ਬੰਦਾ ਸੰਗਤ ਵਿੱਚ ਆ ਕੇ ਮਿਲ ਜਾਏ ਨਾ, ਉਹ ਵੀ ਪਵਿੱਤਰ ਜੀਵਨ ਵਾਲਾ ਬਣ ਜਾਂਦਾ, ਪਾਵਨ ਜੀਵਨ ਵਾਲਾ ਗੁਰੂ ਸੋਭਤ ਵਿੱਚ ਬੈਠ ਕੇ ਬਣ ਜਾਂਦਾ। ਜਿਵੇਂ ਚੰਦਨ ਦਾ ਸੰਗ ਕਰਕੇ ਆਮ ਬ੍ਰਿਸ਼ ਵੀ ਚੰਦਨ ਦਾ ਹੀ ਰੂਪ ਹੋ ਜਾਂਦਾ। ਤੇ ਪਰਵਾਨ ਦਾ ਆਖਰੀ ਅਰਥ ਹੈ ਕਬੂਲ। ਜਿਹੜਾ ਵਿਕਾਰੀ ਜੀਵਨ ਵਾਲਾ ਗੁਰੂ ਦੀ ਸੰਗਤ ਵਿੱਚ ਆ ਕੇ ਬਹਿ ਜਾਏ ਨਾ, ਮਿਲ ਜਾਏ, ਉਹ ਵੀ ਉਸ ਵਾਹਿਗੁਰੂ ਦੇ ਘਰ ਪਰਵਾਨ ਕਬੂਲ ਹੋ ਜਾਂਦਾ। ਆਖਰੀ ਬੰਦ ਕਹਿ ਕੇ ਸਮਾਪਤੀ ਕਰਾਂ। ਅਖਰੀ ਅਰਥ, ਉਹ ਸਭ ਤੇ ਊਚਾ ਸਭ ਤੇ ਸੂਚਾ, ਜਾਂ ਕੈ ਹਿਰਦੈ ਵਸਿਆ ਭਗਵਾਨ। ਧੰਨ ਗੁਰੂ ਰਾਮਦਾਸ ਬਚਨ ਕਰਦੇ, ਭਾਈ ਸਾਡੀ ਦ੍ਰਿਸ਼ਟੀ ਵਿੱਚ ਸਭ ਤੋਂ ਉੱਚਾ ਤੇ ਸਭ ਤੋਂ ਸੁੱਚਾ। ਇਹ ਨਾ ਸਮਝ ਲੈਣਾ ਕਿ ਤਨ ਦਾ ਇਸ਼ਨਾਨ ਕਰ ਲਿਆ ਤੇ ਅਸੀਂ ਸੁੱਚੇ ਹੋ ਗਏ। ਗੁਰੂ ਘਰ ਨੇ ਵਿਚਾਰਾਂ ਨਹੀਂ ਕਬੂਲ ਕੀਤੀਆਂ। ਮਨ ਅੱਛਾ ਹੋਣਾ ਚਾਹੀਦਾ, ਤੇ ਮੈਂ ਇਹ ਵੀ ਨਹੀਂ ਕਹਿ ਰਿਹਾ ਇਸ਼ਨਾਨ ਕਰਨਾ ਹੀ ਨਹੀਂ ਚਾਹੀਦਾ। ਇਸ਼ਨਾਨ ਦਾ ਆਪਣਾ ਸਥਾਨ ਹੈ, ਪਰ ਇਹਦਾ ਧਰਮ ਨਾਲ ਜੇ ਤਵਲਕ ਸੰਬੰਧ ਜੋੜੀਏ ਤੇ ਉਹ ਨਹੀਂ ਹੈ, ਉਹ ਨਹੀਂ ਹੈ। ਜਲ ਕੇ ਮੱਜਨ ਜੇ ਗਤ ਹੋਵੇ, ਜੇ ਮੁਕਤੀ ਹੁੰਦੇ ਹੋਵੇ, ਪਾਣੀ ਵਿੱਚ ਨਹਾਤੇ ਆ ਤੇ ਗੁਰੂ ਸਾਹਿਬ ਖੰਡਨ ਕਰਦੇ ਨੇ ਕਿ ਉਸੇ ਪਾਣੀ ਵਿੱਚ ਡੱਡੂ ਨੇ, ਮੱਛੀਆਂ ਨੇ, ਹੋਰ 42 ਲੱਖ ਕਿਸਮ ਦੇ ਜੀ ਪਾਣੀ ਵਿੱਚ ਨੇ। ਇਹਦਾ ਮਤਲਬ ਉਹ ਸਾਰੇ ਹੀ ਪਵਿੱਤਰ ਹੋ ਗਏ ਨੇ। ਫਿਰ ਸਤਿਗੁਰਾਂ ਸਪਸ਼ਟ ਬਚਨ ਕੀਤਾ, ਸੁੱਚੇ, ਸੁੱਚੇ ਦਾ ਮਤਲਬ ਪਵਿੱਤਰ। ਸੁੱਚੇ ਇਹ ਨਾ ਆਖੀਨ ਬੈਨ ਜੇ ਪਿੰਡਾ ਧੋਏ। ਪਿੰਡੇ ਨੂੰ ਪਾਣੀ ਨਾਲ ਧੋ ਕੇ ਬਹਿ ਜਾਣਾ ਕਿ ਮੈਂ ਤੇ ਸੁੱਚਾ, ਇਹ ਸੁੱਚਮ ਨਹੀਂ ਹੈ। ਫਿਰ ਕਿਤੇ ਵਿਚਾਰ ਕਰਾਂਗੇ ਅਸਲ ਸੁੱਚਾ ਹੈ ਕੌਣ।
ਗੁਰੂ ਦੀ ਨਜ਼ਰ ਦੇ ਵਿੱਚ ਉਹ ਸਭ ਤੋਂ ਉੱਚਾ ਤੇ ਸਭ ਤੋਂ ਸੁੱਚਾ ਕੌਣ ਹੈ? ਜਿਨੇ ਗੁਰੂ ਦੇ ਦੱਸੇ ਮਾਰਗ ਤੇ ਜੁਲ ਕੇ ਚੱਲ ਕੇ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਟਿਕਾਲਿਆ ਨਾ। ਜਾਂ ਕੈ ਹਿਰਦੈ ਵਸਿਆ ਭਗਵਾਨ ਦਾ ਮਤਲਬ ਪਰਮਾਤਮਾ ਦਾ ਨਾਮ ਆ ਕੇ ਵਸ ਗਿਆ, ਟਿਕ ਗਿਆ ਨਾ। ਸਾਹਿਬ ਬਚਨ ਕਰਦੇ ਸਾਡੀ ਦ੍ਰਿਸ਼ਟੀ ਵਿੱਚ ਐਸਾ ਇਨਸਾਨ ਸਭ ਤੋਂ ਉੱਚਾ ਵੀ ਏ ਤੇ ਸਭ ਤੋਂ ਸੁੱਚਾ ਵੀ ਏ, ਪਾਕ ਤੇ ਪਵਿੱਤਰ ਜੀਵਨ ਵਾਲਾ। ਜਨ ਨਾਨਕ ਤਿਸ ਕੇ ਚਰਨ ਪਖਾਲੈ, ਜੋ ਹਰ ਜਨ ਨੀਚ ਜਾਤ ਸੇਵਕਾਨ। ਸੇਵਕਾਨ ਦਾ ਮਤਲਬ ਹੈ ਸੇਵਕ। ਗੁਰੂ ਦੇ ਦੱਸੇ ਮਾਰਗ ਤੇ ਚੱਲਦਿਆਂ ਜਿਸ ਨੇ ਗੁਰੂ ਸੇਵਕ ਬਣ ਕੇ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾ ਲਿਆ, ਐਸੇ ਸੇਵਕ ਦੇ ਦਾਸ ਨਾਨਕ ਚਰਨ ਧੋਂਦਾ। ਪਖਾਲੇ ਦਾ ਮਤਲਬ ਹੈ ਧੋਣੇ, ਚਰਨ ਪਖਾਲੈ। ਜੋ ਹਰ ਜਨ, ਜਿਹੜਾ ਰੱਬ ਦਾ ਦਾਸ ਸੇਵਕ ਹੈ, ਭਾਵੇਂ ਉਹ ਨੀਚ ਜਾਤ, ਭਾਵੇਂ ਕਿਸੇ ਨੀਵੀਂ ਜਾਤ ਦਾ ਹੀ ਕਿਉਂ ਨਾ ਹੋਵੇ। ਗੁਰੂ ਰਾਮਦਾਸ ਜੀ ਦਾ ਹੀ ਬਚਨ ਕਹਿ ਕੇ ਮੈਂ ਸਮਾਪਤੀ ਕਰਾਂ। ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਤੇ ਜੇ ਕਿਸੇ ਨੂੰ ਭਰੋਸਾ ਨਹੀਂ, ਵਿਸ਼ਵਾਸ ਨਹੀਂ, ਤੇ ਕੁਝ ਅੱਗੇ ਨਾਮ ਤੇ ਉਦਾਹਰਨਾਂ ਨੇ। ਸਤਿਗੁਰੂ ਵੀ ਬਚਨ ਕਰਦੇ ਜਾਓ, ਜਾ ਕੇ ਪੁੱਛ ਲਓ। ਪੁੱਛਣ ਦਾ ਮਤਲਬ ਉਹਨਾਂ ਦਾ ਇਤਿਹਾਸ ਜਾ ਕੇ ਪੜ੍ਹ ਲਓ। ਜੇ ਨਹੀਂ ਯਕੀਨ ਤਾਂ ਉਹਨਾਂ ਦੀ ਜੀਵਨ ਕਥਾ ਪੜ੍ਹ ਲੈਣੀ। ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਕਿਹਨੂੰ ਜਾ ਕੇ ਪੁੱਛੋ? ਪੁੱਛੋ ਬਿਦਰ ਦਾਸੀ ਸੁਤੈ, ਕਿਸ਼ਨ ਉਤਰਿਆ ਘਰ ਜਿਸ ਜਾਏ। ਫਿਰ ਰਵਿਦਾਸ ਜਾਤੀ ਦੇ ਚਮਾਰ ਨੇ, ਪਰ ਉਹ ਵੀ ਸਮਾਂ ਆਇਆ ਜਦੋਂ ਸਾਰੇ ਕਾਂਸ਼ੀ ਤੇ ਬਨਾਰਸ ਦੇ ਵਿਪਰ ਜਿਹੜੇ ਸਨ, ਰਵਿਦਾਸ ਜੀ ਦੇ ਚਰਨਾਂ ਤੇ ਨਾ ਡੰਡੇ ਵੱਧ ਹੋ ਕੇ ਡੰਡੌਤਾਂ ਕਰਦੇ ਸਨ। ਸਮਾਂ ਇਜਾਜ਼ਤ ਨਹੀਂ ਦਿੰਦਾ ਪਿਆਰਿਓ। ਆਪ ਜੀ ਨੇ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਰਾਮਦਾਸ ਜੀ ਦੇ ਪਾਵਨ ਬਚਨਾਂ ਦੀ ਲੜੀਵਾਰ ਵਿਚਾਰ ਸਰਵਨ ਕੀਤੀ। ਆਖਰੀ ਬਚਨ ਇਹ ਨੇ ਕਿ ਦਾਸ ਨਾਨਕ ਉਸ ਸੇਵਕ ਦੇ ਚਰਨ ਧੋਂਦਾ, ਜਿਸ ਸੇਵਕ ਨੇ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਸੇਵਕੀ ਹਾਸਲ ਕੀਤੀ, ਭਾਵੇਂ ਉਹ ਨੀਚ ਜਾਤ ਦਾ ਹੀ ਕਿਉਂ ਨਾ ਹੋਵੇ, ਕਿਸੇ ਵੀ ਜਾਤ ਦਾ ਕਿਉਂ ਨਾ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮਾਈ।